ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਸੁੱਖੀ ਪੰਜਾਬੀ ਵਰਲਡ ਦੇ ਵਿੱਚ। ਇਹ ਚੈਨਲ ਤੇ ਆਪਾਂ ਪੰਜਾਬੀ ਮਾਸਟਰ ਕੇਡਰ, ਹੈਡਮਾਸਟਰ, BPO, ਪ੍ਰਿੰਸੀਪਲ ਇਹਨਾਂ ਸਭ ਨਾਲ ਸੰਬੰਧਿਤ ਜੋ ਵੀ ਵਿਸ਼ੇ ਹੋਣਗੇ ਉਹਨਾਂ ਦੀ ਤਿਆਰੀ ਕਰਾਂਗੇ। ਅੱਜ ਆਪਾਂ ਜੋ ਟੈਸਟ ਪਾ ਰਹੇ ਹਾਂ, ਜੋ ਪ੍ਰਸ਼ਨ ਡਿਸਕਸ ਕਰ ਰਹੇ ਹਾਂ, ਉਹ ਪੰਜਾਬੀ ਮਾਸਟਰ ਕੇਡਰ ਨਾਲ ਸੰਬੰਧਿਤ ਹੈ। 15 ਪ੍ਰਸ਼ਨਾਂ ਦੀ ਸੀਰੀਜ਼ ਹੈ। 15 ਪ੍ਰਸ਼ਨ ਆਪਾਂ ਇਸ ਸੈਸ਼ਨ ਦੇ ਵਿੱਚ ਕਰਨੇ ਆ। ਤਾਂ ਉਹ 15 ਪ੍ਰਸ਼ਨ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਪੰਜਾਬੀ ਦਾ ਪਹਿਲਾ ਆਧੁਨਿਕ ਕਵੀ ਕੌਣ ਹੈ? ਤਾਂ ਇਹ ਪੰਜਾਬੀ ਦਾ ਪਹਿਲਾ ਆਧੁਨਿਕ ਕਵੀ ਕੀ ਗੁਰਮੁਖ ਸਿੰਘ ਹੈ, ਪ੍ਰੋਫੈਸਰ ਪੂਰਨ ਸਿੰਘ ਹੈ, ਜਾਂ ਪ੍ਰੋਫੈਸਰ ਮੋਹਨ ਸਿੰਘ ਹੈ, ਜਾਂ ਭਾਈ ਵੀਰ ਸਿੰਘ ਹੈ? ਤਾਂ ਇਹਦਾ ਆਨਸਰ ਜੋ ਸਹੀ ਹੈ ਉਹ ਹੈ ਭਾਈ ਵੀਰ ਸਿੰਘ। ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ, ਆਧੁਨਿਕ ਪੰਜਾਬੀ ਕਵਿਤਾ ਵਿੱਚ ਕਿਸ ਨੂੰ ਪ੍ਰਾਥਮਿਕਤਾ ਪ੍ਰਾਪਤ ਹੈ? ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਕਿਸ ਨੂੰ ਪ੍ਰਾਥਮਿਕਤਾ ਪ੍ਰਾਪਤ ਹੈ? ਇਤਿਹਾਸਕ ਚੇਤਨਾ ਨੂੰ, ਪਦਾਰਥਕ ਚੇਤਨਾ ਨੂੰ, ਉਪਰੋਕਤ ਦੋਨੋਂ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਇਤਿਹਾਸਕ ਚੇਤਨਾ ਅਤੇ ਪਦਾਰਥਕ ਚੇਤਨਾ ਦੋਨਾਂ ਨੂੰ ਪ੍ਰਾਥਮਿਕਤਾ ਪ੍ਰਾਪਤ ਹੈ। ਇਸ ਕਰਕੇ ਇਹਦੇ ਵਿੱਚ ਉਪਰੋਕਤ ਦੋਨੋਂ ਸਹੀ ਹੈ। ਜਿਹੜੀ ਕਿ ਪਰੰਪਰਾਗਤ ਕਵਿਤਾ ਦੇ ਵਿੱਚ ਪਦਾਰਥਕ ਚੇਤਨਾ ਅਤੇ ਇਤਿਹਾਸਕ ਚੇਤਨਾ ਗਾਇਬ ਸੀ, ਉਸ ਦੇ ਵਿੱਚ ਸਾਰੀ ਗੱਲ ਰੱਬੀ ਚੇਤਨਾ ਦੀ ਹੀ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਤੀਜਾ ਪ੍ਰਸ਼ਨ ਹੈ, ਪ੍ਰੋਫੈਸਰ ਪੂਰਨ ਸਿੰਘ ਕਿਸ ਪ੍ਰਵਿਰਤੀ ਦਾ ਸ਼ਾਇਰ ਹੈ? ਇਹ ਕਾਵਿ ਪ੍ਰਵਿਰਤੀ ਦੀ ਗੱਲ ਕੀਤੀ ਗਈ ਹੈ ਕਿ ਕਿਸ ਕਾਵਿ ਪ੍ਰਵਿਰਤੀ ਨਾਲ ਉਹਨਾਂ ਦਾ ਸੰਬੰਧ ਹੈ। ਕੀ ਉਹ ਰਹੱਸਵਾਦੀ ਪ੍ਰਵਿਰਤੀ ਦੇ ਕਵੀ ਸੀ, ਜਾਂ ਰੋਮਾਂਸਵਾਦੀ ਪ੍ਰਵਿਰਤੀ ਦੇ ਕਵੀ ਸੀ, ਜਾਂ ਪ੍ਰਗਤੀਵਾਦੀ ਪ੍ਰਵਿਰਤੀ ਦੇ ਕਵੀ ਸੀ, ਜਾਂ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਆਨਸਰ ਹੈ ਉਹ ਸਹੀ ਨਹੀਂ ਹੈ। ਤਾਂ ਆਪਾਂ ਦੇਖਣਾ ਵੀ ਇਹਨਾਂ ਦੇ ਵਿੱਚੋਂ ਪ੍ਰੋਫੈਸਰ ਪੂਰਨ ਸਿੰਘ ਕਿਹੜੀ ਪ੍ਰਵਿਰਤੀ ਦੇ ਸ਼ਾਇਰ ਹੈ? ਤਾਂ ਪ੍ਰੋਫੈਸਰ ਪੂਰਨ ਸਿੰਘ ਰੋਮਾਂਸਵਾਦੀ ਪ੍ਰਵਿਰਤੀ ਦੇ ਸ਼ਾਇਰ ਹੈ। ਉਸ ਤੋਂ ਬਾਅਦ ਚੌਥਾ ਪ੍ਰਸ਼ਨ ਹੈ, ਆਧੁਨਿਕਤਾ ਦਾ ਆਧਾਰ ਕੀ ਹੈ? ਆਧੁਨਿਕਤਾ ਦਾ ਆਧਾਰ ਕੀ ਹੈ? ਚਾਰ ਆਪਸ਼ਨਾਂ ਦਿੱਤੀਆਂ ਹੋਈਆਂ, ਤਰਕਸ਼ੀਲਤਾ ਹੈ, ਵਿਗਿਆਨਕ ਦ੍ਰਿਸ਼ਟੀਕੋਣ ਹੈ, ਉਪਰੋਕਤ ਦੋਨੋਂ ਹੈ, ਇਹਨਾਂ ਵਿੱਚੋਂ ਕੋਈ ਨਹੀਂ ਹੈ। ਆਧੁਨਿਕਤਾ ਦਾ ਆਧਾਰ ਤਰਕਸ਼ੀਲਤਾ ਵੀ ਹੈ, ਵਿਗਿਆਨਕ ਦ੍ਰਿਸ਼ਟੀਕੋਣ ਹੈ। ਇਸ ਕਰਕੇ ਤੀਸਰਾ ਜਿਹੜਾ ਆਨਸਰ ਹੈ ਉਹ ਬਿਲਕੁਲ ਸਹੀ ਹੈ, ਉਪਰੋਕਤ ਦੋਨੋਂ। ਕਿਉਂਕਿ ਆਧੁਨਿਕ ਪੰਜਾਬੀ ਕਵਿਤਾ ਜਿਹੜੀ ਉਹਦੇ ਵਿੱਚ ਆਧੁਨਿਕਤਾ ਆਈ, ਉਹਦੇ ਵਿੱਚ ਸਭ ਤੋਂ ਵੱਡੀਆਂ ਇਹ ਦੋ ਹੀ ਗੱਲਾਂ ਸੀ, ਤਰਕਸ਼ੀਲਤਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ। ਇਸ ਤੋਂ ਪਹਿਲਾਂ ਜਿਹੜੀ ਕਵਿਤਾ ਸੀ ਉਹਦੇ ਵਿੱਚ ਇਹ ਗੱਲਾਂ ਦੋਨੋਂ ਹੀ ਗਾਇਬ ਸੀ। ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਹੈ, ਭਾਰਤ ਵਿੱਚ ਆਧੁਨਿਕਤਾ ਦਾ ਆਰੰਭ ਕਦੋਂ ਹੋਇਆ? ਜਿਹੜੀ ਸਾਹਿਤ ਦੇ ਵਿੱਚ ਆਧੁਨਿਕਤਾ ਹੈ ਉਹ ਕਦੋਂ ਆਰੰਭ ਹੋਈ, ਕਦੋਂ ਉਹ ਸਾਹਿਤ ਦੇ ਵਿੱਚ ਆਧੁਨਿਕਤਾ ਆਈ? ਅੰਗਰੇਜ਼ੀ ਰਾਜ ਤੋਂ ਪਹਿਲਾਂ, ਅੰਗਰੇਜ਼ੀ ਰਾਜ ਦੀ ਸਥਾਪਤੀ ਨਾਲ, ਜਾਂ 1943 ਵਿੱਚ, ਜਾਂ 1942 ਵਿੱਚ? ਤਾਂ ਇਹ ਜਿਹੜੀ ਆਧੁਨਿਕਤਾ ਆਈ ਉਹ ਅੰਗਰੇਜ਼ੀ ਰਾਜ ਦੀ ਸਥਾਪਤੀ ਨਾਲ ਆਈ ਸੀ। ਜਦੋਂ ਅੰਗਰੇਜ਼ੀ ਰਾਜ ਸਥਾਪਤ ਹੋ ਗਿਆ ਸੀ 1849 ਈਸਵੀ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਲਾਸਟ ਯੁੱਧ ਲੜਿਆ ਗਿਆ, ਉਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ, ਉਹਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਿਆ, ਅਤੇ ਉਸ ਤੋਂ ਬਾਅਦ ਆਧੁਨਿਕ ਚੇਤਨਾ ਦਾ ਜਿਹੜਾ ਆਰੰਭ ਹੋਇਆ, ਆਧੁਨਿਕਤਾ ਦਾ ਆਰੰਭ ਪੰਜਾਬੀ ਕਵਿਤਾ ਦੇ ਵਿੱਚ ਦੇਖਣ ਨੂੰ ਮਿਲਦਾ। ਉਸ ਤੋਂ ਬਾਅਦ ਹੇਠਾਂ ਦਿੱਤੇ ਕਵੀਆਂ ਵਿੱਚੋਂ ਕਿਹੜਾ ਸਟੇਜੀ ਕਵੀ ਹੈ? ਤਾਂ ਇਹ ਕਵੀ ਦਿੱਤੇ ਹੋਏ ਹੈ ਅਤੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਦੱਸਣਾ ਵੀ ਕਿਹੜਾ ਸਟੇਜੀ ਕਵੀ ਹੈ। ਸਟੇਜੀ ਕਵੀ ਕੌਣ ਹੈ? ਕੁਛ ਕਵੀ ਅਜਿਹੇ ਸੀ ਜਿਹੜੇ ਕਵਿਤਾਵਾਂ ਤਾਂ ਲਿਖਦੇ ਸੀ, ਪਰ ਉਹਨਾਂ ਨੂੰ ਮੁਸ਼ਾਇਰਿਆਂ ਦੇ ਵਿੱਚ ਤਾਂ ਬੇਸ਼ੱਕ ਉਹ ਗਾਉਂਦੇ ਸੀ, ਕਵੀ ਮੁਸ਼ਾਇਰੇ ਹੁੰਦੇ ਸੀ ਜਿਹੜੇ, ਪਰ ਜਿਹੜੇ ਸਟੇਜੀ ਕਵੀ ਸੀ ਉਹ ਆਪਦੀ ਕਵਿਤਾ ਨੂੰ ਸਟੇਜ ਤੋਂ ਪੇਸ਼ ਕਰਦੇ ਸੀ। ਇਸ ਕਰਕੇ ਅਜਿਹੇ ਕਵੀ ਦਾ ਆਪਾਂ ਦੱਸਣਾ ਵੀ ਉਹ ਕਿਹੜੇ ਕਵੀ ਹੈ ਜਿਹੜੇ ਸਟੇਜੀ ਕਵੀ ਹੈ। ਇਹਨਾਂ ਦੇ ਵਿੱਚੋਂ ਹੀਰਾ ਸਿੰਘ ਦਰਦ ਹੈ, ਫਿਰੋਜ਼ਦੀਨ ਸ਼ਰਫ ਹੈ, ਧਨੀ ਰਾਮ ਚਾਤ੍ਰਿਕ ਹੈ, ਜਾਂ ਇਹ ਸਾਰੇ ਹੀ ਹੈ? ਤਾਂ ਇਹਨਾਂ ਦਾ ਉੱਤਰ ਚੌਥਾ ਸਹੀ ਹੈ, ਇਹ ਸਾਰੇ ਹੀ ਸਟੇਜੀ ਕਵੀ ਨੇ। ਸੱਤਵਾਂ ਪ੍ਰਸ਼ਨ, ਪੰਜਾਬੀ ਦੇ ਕਿਹੜੇ ਕਵੀਆਂ ਦਾ ਜੁੱਟ ਜੋ ਪਹਿਲਾਂ ਰੋਮਾਂਸਵਾਦੀ ਸੀ ਅਤੇ ਬਾਅਦ ਦੇ ਵਿੱਚ ਪ੍ਰਗਤੀਵਾਦੀ ਬਣ ਗਿਆ? ਆਪਾਂ ਉਹ ਜੁੱਟ ਦੀ ਪਹਿਚਾਣ ਕਰਨੀ ਹੈ ਜਿਹੜਾ ਜੁੱਟ ਪਹਿਲਾਂ ਰੋਮਾਂਸਵਾਦੀ ਕਵਿਤਾ ਲਿਖਦਾ ਰਿਹਾ, ਪਰ ਬਾਅਦ ਦੇ ਵਿੱਚ ਹੌਲੀ ਹੌਲੀ ਉਹਨਾਂ ਦੇ ਵਿਚਾਰ ਪ੍ਰਭਾਵਿਤ ਹੋਏ ਅਤੇ ਉਸ ਤੋਂ ਬਾਅਦ ਉਹ ਪ੍ਰਗਤੀਵਾਦੀ ਬਣ ਗਏ। ਤਾਂ ਉਹ ਕਿਹੜੇ ਕਵੀ ਆਪਾਂ ਦੇਖਦੇ ਹਾਂ, ਪ੍ਰੋਫੈਸਰ ਮੋਹਨ ਸਿੰਘ ਅਤੇ ਭਾਈ ਵੀਰ ਸਿੰਘ ਸੀ, ਜਾਂ ਪ੍ਰੋਫੈਸਰ ਮੋਹਨ ਸਿੰਘ ਅਤੇ ਪ੍ਰੋਫੈਸਰ ਪੂਰਨ ਸਿੰਘ ਸੀ, ਜਾਂ ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਸੀ,
ਜਾਂ ਅੰਮ੍ਰਿਤਾ ਪ੍ਰੀਤਮ ਤੇ ਵਿਧਾਤਾ ਸਿੰਘ ਤੀਰ ਸੀ। ਤਾਂ ਇਹਨਾਂ ਦੇ ਵਿੱਚ ਜੋ ਸਹੀ ਉੱਤਰ ਹੈ ਪ੍ਰੋਫੈਸਰ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ। ਇਹ ਦੋਨੋਂ ਹੀ ਜਦੋਂ ਸ਼ੁਰੂਆਤ ਦੇ ਵਿੱਚ ਕਵਿਤਾ ਲਿਖਣੀ ਇਹਨਾਂ ਨੇ ਆਰੰਭ ਕੀਤੀ ਤਾਂ ਇਹ ਦੋਨੋਂ ਰੋਮਾਂਸਵਾਦੀ ਕਵੀ ਸੀ। ਬਾਅਦ ਦੇ ਵਿੱਚ ਹੌਲੀ ਹੌਲੀ ਇਹਨਾਂ ਦੀ ਕਵਿਤਾ ਵਿਕਾਸ ਕਰਦੀ ਕਰਦੀ ਪ੍ਰਗਤੀਵਾਦੀ ਵੱਲ ਹੋ ਗਈ ਜਾਂ ਪ੍ਰਗਤੀਵਾਦੀ ਝੁਕਾਅ ਹੋ ਗਿਆ ਇਹਨਾਂ ਦਾ। ਬਾਅਦ ਵਾਲੀਆਂ ਕਵਿਤਾਵਾਂ ਪ੍ਰਗਤੀਵਾਦੀ ਵਿਚਾਰਧਾਰਾ ਦੇ ਅਧੀਨ ਲਿਖੀਆਂ ਗਈਆਂ। 8ਵਾਂ ਜਿਹੜਾ ਪ੍ਰਸ਼ਨ ਹੈ, ਪ੍ਰਗਤੀਵਾਦੀ ਪ੍ਰਵਿਰਤੀ ਦਾ ਪੰਜਾਬੀ ਕਵਿਤਾ ਵਿੱਚ ਲਿਖਣਾ ਸੀ। ਇੱਥੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕਦੋਂ ਹੋਇਆ? ਤਾਂ ਪੰਜਾਬੀ ਕਵਿਤਾ ਦੇ ਵਿੱਚ ਉਹਦਾ ਪ੍ਰਵੇਸ਼ ਕਦੋਂ ਹੋਇਆ, ਕਦੋਂ ਪ੍ਰਗਤੀਵਾਦੀ ਜਿਹੜੀ ਪ੍ਰਵਿਰਤੀ ਸੀ ਉਹ ਪੰਜਾਬੀ ਕਵਿਤਾ ਦੇ ਵਿੱਚ ਦਿਸਣ ਲੱਗੀ ਜਾਂ ਆਉਣ ਲੱਗੀ, ਜਾਂ ਆਰੰਭ ਕਦੋਂ ਹੋਇਆ ਇਹਦਾ? 1930 ਵਿੱਚ, 1934, 1950, 1935। ਇਹਦਾ ਜੋ ਸਹੀ ਆਨਸਰ ਹੈ ਉਹ 1935। 1935 ਦੇ ਵਿੱਚ ਇੱਕ ਸੰਮੇਲਨ ਹੋਇਆ ਸੀਗਾ ਪੈਰਿਸ ਦੇ ਵਿੱਚ, ਜਿਹਦੇ ਵਿੱਚ ਬਹੁਤ ਸਾਰੇ ਸਾਹਿਤਕਾਰਾਂ ਨੇ ਭਾਗ ਲਿਆ ਸੀ ਅਤੇ ਜਿਹਦੇ ਵਿੱਚ ਫਿਰ ਇਹ ਮਿਥਿਆ ਗਿਆ ਕਿ ਉਹਦੇ ਵਿੱਚ ਕਵਿਤਾ ਦੇ ਵਿੱਚ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ। ਤਾਂ ਉਸ ਤੋਂ ਬਾਅਦ ਹੌਲੀ ਹੌਲੀ ਇਹੀ ਜਿਹੜਾ 1935 ਈਸਵੀ ਨੂੰ ਹੀ ਪ੍ਰਗਤੀਵਾਦੀ ਪ੍ਰਵਿਰਤੀ ਦਾ ਪੰਜਾਬੀ ਕਵਿਤਾ ਦੇ ਵਿੱਚ ਪ੍ਰਵੇਸ਼ ਮੰਨਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਆਧੁਨਿਕ ਪੰਜਾਬੀ ਕਵਿਤਾ ਦਾ ਆਰੰਭ ਕਿਹੜੀ ਸਦੀ ਵਿੱਚ ਹੋਇਆ? ਤਾਂ ਇਹ ਪ੍ਰਸ਼ਨ ਜਿਹੜਾ ਹੈਗਾ, ਆਧੁਨਿਕ ਪੰਜਾਬੀ ਕਵਿਤਾ ਦਾ ਆਰੰਭ ਕਿਹੜੀ ਸਦੀ ਵਿੱਚ ਹੋਇਆ? 19ਵੀਂ ਸਦੀ ਵਿੱਚ ਹੋਇਆ, 19ਵੀਂ ਸਦੀ ਦੇ ਅੰਤ ਵਿੱਚ ਹੋਇਆ, 20ਵੀਂ ਸਦੀ ਦੇ ਆਰੰਭ ਨਾਲ ਹੋਇਆ, 18ਵੀਂ ਸਦੀ ਵਿੱਚ ਹੋਇਆ। ਭਾਵੇਂ ਕਿ ਜਿਹੜੀ ਆਧੁਨਿਕਤਾ ਦਾ ਆਰੰਭ ਹੈ ਉਹ 19ਵੀਂ ਸਦੀ ਦੇ ਅੰਤ ਵਿੱਚ ਹੋ ਗਿਆ ਸੀ, ਪਰ ਪੰਜਾਬੀ ਕਵਿਤਾ ਦੇ ਵਿੱਚ ਜਿਹੜੀ ਆਧੁਨਿਕਤਾ ਦਾ ਆਰੰਭ ਹੈ ਉਹ 20ਵੀਂ ਸਦੀ ਦੇ ਆਰੰਭ ਨਾਲ ਮੰਨਿਆ ਜਾਂਦਾ ਹੈ। 10ਵਾਂ ਪ੍ਰਸ਼ਨ, ਪ੍ਰਗਤੀਵਾਦੀ ਵਿਚਾਰਧਾਰਾ ਦਾ ਮੁੱਖ ਆਧਾਰ ਕੀ ਹੈ? ਆਪਾਂ ਇਹ ਦੱਸਣਾ ਵੀ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ। 4 ਆਪਸ਼ਨਾਂ ਦਿੱਤੀਆਂ, ਰੱਬੀ ਦ੍ਰਿਸ਼ਟੀ, ਮਾਰਕਸਵਾਦੀ ਵਿਸ਼ਵ ਦ੍ਰਿਸ਼ਟੀ, ਪੱਛਮੀ ਵਿਸ਼ਵ ਦ੍ਰਿਸ਼ਟੀ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਜਿਹੜਾ ਦੂਜਾ ਉੱਤਰ ਸਹੀ ਹੈ, ਮਾਰਕਸਵਾਦੀ ਵਿਸ਼ਵ ਦ੍ਰਿਸ਼ਟੀ, ਕਿਉਂਕਿ ਪ੍ਰਗਤੀਵਾਦੀ ਵਿਚਾਰਧਾਰਾ ਪਣਪੀ ਹੀ ਮਾਰਕਸਵਾਦੀ ਵਿਸ਼ਵ ਦ੍ਰਿਸ਼ਟੀ ਦੇ ਨਾਲ ਸੀ। ਮਾਰਕਸ ਨੇ ਜਿਹੜਾ ਸਿਧਾਂਤ ਦਿੱਤਾ ਸੀ ਉਸ ਨੂੰ ਮੁੱਖ ਰੱਖ ਕੇ ਹੀ ਜਿਹੜੀਆਂ ਕਵਿਤਾਵਾਂ ਲਿਖੀਆਂ ਗਈਆਂ, ਜੋ ਵਿਚਾਰਾਂ ਦੀ ਗੱਲ ਕੀਤੀ ਗਈ, ਉਹ ਉਹਦਾ ਆਧਾਰ ਸੀ। ਇਸ ਕਰਕੇ ਦੂਸਰਾ ਆਪਸ਼ਨ ਇਹਦਾ ਬਿਲਕੁਲ ਸਹੀ ਹੈ। ਉਸ ਤੋਂ ਬਾਅਦ ਅੱਗੇ ਹੈਗਾ ਪੰਜਾਬੀ ਕਵਿਤਾ ਵਿੱਚ ਪ੍ਰਯੋਗਵਾਦੀ ਕਾਵਿਧਾਰਾ ਦਾ ਆਰੰਭ ਕਦੋਂ ਹੋਇਆ? ਤਾਂ ਇਹ ਇੱਕ ਹੋਰ ਕਾਵਿ ਪ੍ਰਵਿਰਤੀ ਸੀ ਜਿਹੜੀ ਪ੍ਰਗਤੀਵਾਦੀ ਕਾਵਿਧਾਰਾ ਤੋਂ ਬਾਅਦ ਆਈ। ਉਸ ਦਾ ਆਰੰਭ ਪੰਜਾਬੀ ਕਵਿਤਾ ਦੇ ਵਿੱਚ ਕਦੋਂ ਹੋਇਆ? 1956-57, 1959-60, 1951-52, 1954-55। ਤਾਂ ਇਹਦਾ ਜੋ ਸਹੀ ਉੱਤਰ ਉਹ ਪਹਿਲਾ ਹੈ, 1956 ਅਤੇ 57 ਦੇ ਵਿੱਚ ਇਹਦਾ ਆਰੰਭ ਹੋਇਆ ਸੀ। 12ਵਾਂ ਪ੍ਰਸ਼ਨ, ਆਧੁਨਿਕ ਪੰਜਾਬੀ ਕਵਿਤਾ ਦਾ ਆਰੰਭ ਕਿਸ ਕਾਵਿ ਪ੍ਰਵਿਰਤੀ ਨਾਲ ਹੋਇਆ? ਤਾਂ ਆਪਾਂ ਨੂੰ ਇਹ ਪੁੱਛਿਆ ਗਿਆ ਕਿ ਪੰਜਾਬੀ ਦੇ ਵਿੱਚ ਕਿਸ ਕਾਵਿ ਪ੍ਰਵਿਰਤੀ ਨਾਲ ਆਧੁਨਿਕਤਾ ਦਾ ਆਰੰਭ ਹੋਇਆ? ਤਾਂ ਪਹਿਲਾ ਉੱਤਰ ਹੈ ਜਿਹੜਾ ਨਵ ਰਹੱਸਵਾਦੀ ਕਾਵਿ ਪ੍ਰਵਿਰਤੀ ਨਾਲ, ਦੂਸਰਾ ਹੈਗਾ ਰੋਮਾਂਸਵਾਦੀ ਕਾਵਿ ਪ੍ਰਵਿਰਤੀ ਨਾਲ, ਤੀਸਰਾ ਹੈਗਾ ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਨਾਲ, ਚੌਥਾ ਹੈਗਾ ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਨਾਲ। ਦੁਬਾਰੇ ਉਹੀ ਆਨਸਰ ਰਿਪੀਟ ਹੋ ਗਿਆ। ਤਾਂ ਆਪਾਂ ਇਹਦੇ ਵਿੱਚ ਜੋ ਸਹੀ ਉੱਤਰ ਹੈ ਉਹ ਚੁਣਨਾ ਹੈ। ਉਹ ਉੱਤਰ ਹੈ ਨਵ ਰਹੱਸਵਾਦੀ ਕਾਵਿ ਪ੍ਰਵਿਰਤੀ ਨਾਲ। ਸ਼ੁਰੂ ਦੇ ਵਿੱਚ ਜੋ ਕਵਿਤਾਵਾਂ ਲਿਖੀਆਂ ਗਈਆਂ ਉਹ ਰਹੱਸਵਾਦੀ, ਕਹਿਣ ਤੋਂ ਭਾਵ ਹੈ ਕਿ ਉਹ ਇਸ ਸਮੇਂ ਪੂਰਨ ਤੌਰ 'ਤੇ ਆਧੁਨਿਕਤਾ ਨਹੀਂ ਆਈ ਸੀ। ਹਾਲਾਂਕਿ ਥੋੜ੍ਹੀ ਵਿਚਾਰਾਂ ਦੇ ਵਿੱਚ ਜਿਹੜੀ ਹੈਗੀ ਹੈ ਪਰੰਪਰਾਗਤ ਜਿਹੜੀ ਦ੍ਰਿਸ਼ਟੀ ਸੀ ਜਾਂ ਪੁਰਾਣੀ ਪਰੰਪਰਾ ਚੱਲਦੀ ਆ ਰਹੀ ਸੀ, ਇਸ ਕਰਕੇ ਰਹੱਸਵਾਦੀ ਇਸ ਤਰ੍ਹਾਂ ਸੀ ਵੀ ਉਹ ਪਰਮਾਤਮਾ ਨਾਲ ਜੁੜੇ ਹੋਏ ਸੀ। ਰਹੱਸ ਨਾਲ ਸੰਬੰਧਿਤ ਉਹਨਾਂ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ, ਪਰ ਉਹਨਾਂ ਦੀ ਲਿਖਣ ਦਾ ਜਿਹੜਾ ਢੰਗ ਸੀ ਜਾਂ ਉਹਦੇ ਵਿੱਚ ਜੋ ਗੱਲ ਕੀਤੀ ਗਈ ਸੀ ਉਹ ਆਧੁਨਿਕਤਾ ਦੀ ਕੀਤੀ ਗਈ। ਇਸ ਕਰਕੇ ਪਹਿਲਾ ਜਿਹੜਾ ਪ੍ਰਸ਼ਨ ਦਾ ਉੱਤਰ ਹੈ ਨਵ ਰਹੱਸਵਾਦੀ ਕਾਵਿ ਪ੍ਰਵਿਰਤੀ, ਉਹ ਸਹੀ ਹੈ। ਇਸ ਦੇ ਨਾਲ ਪੰਜਾਬੀ ਕਵਿਤਾ ਦਾ ਜਿਹੜਾ ਆਰੰਭ ਹੁੰਦਾ ਆਧੁਨਿਕਤਾ ਦਾ। 13ਵਾਂ ਪ੍ਰਸ਼ਨ ਹੈ, ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕੌਣ ਹੈ? ਬਹੁਤ ਹੀ ਸੌਖਾ ਪ੍ਰਸ਼ਨ ਹੈ, ਤਕਰੀਬਨ ਸਭ ਨੂੰ ਆਉਂਦਾ ਹੋਊਗਾ। ਹੀਰਾ ਸਿੰਘ ਦਰਦ ਹੈ, ਭਾਈ ਵੀਰ ਸਿੰਘ ਹੈ, ਧਨੀ ਰਾਮ ਚਾਤ੍ਰਿਕ ਹੈ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਭਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਨੇ ਬਹੁਤ ਛੋਟੀਆਂ ਲਘੂ ਕਵਿਤਾਵਾਂ ਵੀ ਲਿਖੀਆਂ, 2-2, 4-4 ਸਤਰਾਂ ਦੀਆਂ ਵੀ, ਪਰ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਕਾਵਿ ਰਚਨਾ ਕੀਤੀ ਅਤੇ ਇਸ ਨੂੰ ਸਿਖਰ 'ਤੇ ਪਹੁੰਚਾਇਆ। ਤਾਂ ਇਹ ਭਾਈ ਵੀਰ ਸਿੰਘ ਜੀ ਦੁਆਰਾ
ਜਿਹੜੀਆਂ ਕਵਿਤਾਵਾਂ ਲਿਖੀਆਂ ਗਈਆਂ, ਇਸ ਕਰਕੇ ਉਹਨਾਂ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਹ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਹੈ। ਆਧੁਨਿਕਤਾ ਦੇ ਮੋਢੀ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। 14ਵਾਂ ਪ੍ਰਸ਼ਨ, ਪੱਛਮ ਵਿੱਚ ਆਧੁਨਿਕਤਾ ਦਾ ਆਰੰਭ ਕਦੋਂ ਹੋਇਆ? 19ਵੀਂ ਸਦੀ ਦੇ ਅੰਤ ਵਿੱਚ, 19ਵੀਂ ਸਦੀ ਦੇ ਅਖੀਰ ਵਿੱਚ, 18ਵੀਂ ਸਦੀ ਦੇ ਅੰਤ ਵਿੱਚ, 18ਵੀਂ ਸਦੀ ਦੇ ਅਖੀਰ ਵਿੱਚ। ਤਾਂ ਇਹ 19ਵੀਂ ਸਦੀ ਦੇ ਅੰਤ ਵਿੱਚ ਅਤੇ ਜਾਂ 19ਵੀਂ ਸਦੀ ਦੇ ਅਖੀਰ ਵਿੱਚ, ਇਹ ਦੋਨੇ ਹੀ ਉੱਤਰ ਸਹੀ ਹੈ। ਇਹਦੇ ਵਿੱਚ ਦੋਨੇ ਦੋ ਉੱਤਰ ਬਣਦੇ, ਇਹਦੇ ਅਖੀਰ ਅਤੇ ਅੰਤ ਦੋਨੋਂ ਹੀ ਸਹੀ ਹੈ, ਇਹਦੇ ਪਹਿਲਾ ਅਤੇ ਦੂਜਾ। 15ਵਾਂ ਪ੍ਰਸ਼ਨ ਹੈ, ਨਵ ਰਹੱਸਵਾਦੀ ਪ੍ਰਵਿਰਤੀ ਦਾ ਪ੍ਰਮੁੱਖ ਸ਼ਾਇਰ ਕੌਣ ਹੈ? ਨਵ ਰਹੱਸਵਾਦੀ ਪ੍ਰਵਿਰਤੀ ਦਾ ਪ੍ਰਮੁੱਖ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਹੈ, ਧਨੀ ਰਾਮ ਚਾਤਰਿਕ ਹੈ, ਭਾਈ ਵੀਰ ਸਿੰਘ ਹੈ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਨਵ ਰਹੱਸਵਾਦੀ ਭਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਹੈ। ਤਾਂ ਇਹ 15 ਪ੍ਰਸ਼ਨਾਂ ਦਾ ਇੱਕ ਜੁੱਟ ਸੀ ਜਿਹੜਾ ਮੈਂ ਤੁਹਾਨੂੰ ਕਰਾਇਆ। ਇਹਨਾਂ ਹੀ ਪ੍ਰਸ਼ਨਾਂ ਦਾ ਤੁਸੀਂ ਹੁਣ ਮੈਂ ਤੁਹਾਨੂੰ ਕਰਾ ਵੀ ਦਿੱਤੇ ਹੈ, ਤੁਸੀਂ ਆਪ ਖੁਦ ਵੀ ਹੱਲ ਕਰਕੇ ਦੇਖਣੇ ਹੈ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਦਾ ਲਿੰਕ ਤੁਹਾਨੂੰ ਦੇ ਦੇਵਾਂਗਾ। ਜਦੋਂ ਤੁਸੀਂ ਉਹਨੂੰ ਕੰਪਲੀਟ ਕਰੋਗੇ ਸਾਰੇ ਪ੍ਰਸ਼ਨਾਂ ਨੂੰ ਆਪਣੇ ਆਪ, ਤਾਂ ਤੁਹਾਡੇ ਅੱਗੇ ਤੁਹਾਡਾ ਸਕੋਰ ਆ ਜਾਵੇਗਾ। ਜੇ ਤੁਹਾਡੇ 15 ਪ੍ਰਸ਼ਨਾਂ ਦੇ ਵਿੱਚੋਂ 13 ਜਾਂ 12 ਸਹੀ ਹੈ ਤਾਂ ਤੁਹਾਡਾ ਬਹੁਤ ਵਧੀਆ ਸਕੋਰ ਹੈ। ਤਾਂ ਤੁਸੀਂ ਮੇਰੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰਨਾ, ਸ਼ੇਅਰ ਵੀ ਕਰਨਾ, ਤਾਂ ਜੋ ਮੈਂ ਸਮੇਂ ਸਿਰ ਤੁਹਾਨੂੰ ਨਵੀਆਂ ਵੀਡੀਓ ਪ੍ਰਾਪਤ ਹੁੰਦੀਆਂ ਰਹਿਣ ਅਤੇ ਵਧੀਆ ਤੋਂ ਵਧੀਆ ਮੈਂ ਤੁਹਾਨੂੰ ਤਿਆਰੀ ਕਰਵਾ ਸਕਾਂ। ਧੰਨਵਾਦ।